वाहिगुरू जी का खालसा वाहिगुरू जी की फतेह। बच्चों ਅਸੀਂ लास्ट टॉपिक ਵਿੱਚ कैपिटल फंड ਜਿਹੜਾ ਵਾ ਉਹਦੀ ਕੀ ਟ੍ਰੀਟਮੈਂਟ ਕਰਨੀ ਹੈ, ਐਕਸਪੈਂਸਿਸ ਉਹਨਾਂ ਦੀ ਕੀ ਟ੍ਰੀਟਮੈਂਟ ਕਰਨੀ ਹੈ ਜੋ ਕਿ ਆਪਾਂ ਇਨਕਮ ਐਂਡ ਐਕਸਪੈਂਡੀਚਰ 'ਚ ਸ਼ੋਅ ਕਰਦੇ ਹਾਂ, ਜਾਂ ਆਪਾਂ ਜਿਹੜਾ ਮਟੀਰੀਅਲ ਯੂਜ਼ ਕਰਦੇ ਜਾਂ ਕੰਜ਼ਿਊਮ ਕਰਦੇ ਉਹਦੀ ਕੀ ਟ੍ਰੀਟਮੈਂਟ ਕਰਨੀ ਆ ਪੜ੍ਹ ਲਿਆ ਸੀ। ਅੱਜ ਆਪਾਂ ਨੈਕਸਟ ਟੌਪਿਕ ਜਿਹੜਾ ਪੜ੍ਹਨਾ ਵਾ ਉਹ ਹੈਗਾ ਵਾ ਕੈਲਕੂਲੇਸ਼ਨ ਆਫ ਡੈਪਰੀਸੀਏਸ਼ਨ। ਤੁਸੀਂ +1 ਦੇ ਵਿੱਚ ਵੀ ਪੜ੍ਹਿਆ ਸੀ ਕਿ ਜਦੋਂ ਡੈਪਰੀਸੀਏਸ਼ਨ ਕੈਲਕੂਲੇਟ ਕਰਨੀ ਆ, ਉਹਨੂੰ ਡੈਪਰੀਸੀਏਸ਼ਨ ਨੂੰ ਕੈਲਕੂਲੇਟ ਕਰਨ ਦਾ ਤਰੀਕਾ ਕੀ ਆ। ਤੁਹਾਨੂੰ ਸਾਰਿਆਂ ਨੂੰ ਪਤਾ ਵਾ ਕਿ ਆਪਾਂ ਜਿਹੜੀਆਂ ਐਸੈਟਸ ਹੁੰਦੀਆਂ ਨੇ ਉਹਨਾਂ ਦੇ ਉੱਤੇ ਜਿਹੜੀ ਡੈਪਰੀਸੀਏਸ਼ਨ ਲੱਗਦੀ ਆ, ਕਿਹੜੀਆਂ ਐਸੈਟਸ ਦੇ ਉੱਤੇ ਲੱਗਦੀ ਆ? ਫਿਕਸ ਐਸੈਟ ਦੇ ਉੱਤੇ। ਫਿਕਸ ਐਸੈਟ ਦੇ ਵਿੱਚੋਂ ਇੱਕ ਲੈਂਡ ਐਸੈਟ ਇਹੋ ਜਿਹੀ ਆ ਜਿਹਦੇ ਉੱਤੇ ਕੋਈ ਡੈਪਰੀਸੀਏਸ਼ਨ ਨਹੀਂ ਲੱਗਦੀ, ਕਿ ਡੈਪਰੀਸੀਏਸ਼ਨ ਦਾ ਮਤਲਬ ਹੁੰਦਾ ਕਿਸਾਵਟ। ਕਿ ਆਪਾਂ ਜਦੋਂ ਵੀ ਕੋਈ ਚੀਜ਼ ਨੂੰ ਯੂਜ਼ ਕਰਦੇ ਹਾਂ ਅਤੇ ਉਹਦੇ ਉੱਤੇ ਫਿਰ ਜਦੋਂ ਕੋਈ ਨਾ ਕੋਈ ਕਿਸਾਵਟ ਹੁੰਦੀ ਆ ਅਤੇ ਉਹਨੂੰ ਆਪਾਂ ਡੈਪਰੀਸੀਏਸ਼ਨ ਜਿਹੜੀ ਕਹਿ ਸਕਦੇ ਹਾਂ। ਸਿਰ ਮਗਰ ਲੈਂਡ ਜਿਹੜੀ ਆ ਉਹਨੂੰ ਜਿਸ ਤਰ੍ਹਾਂ ਮਰਜ਼ੀ ਯੂਜ਼ ਕਰੀ ਜਾ, ਉਹਦੇ ਉੱਤੇ ਡੈਪਰੀਸੀਏਸ਼ਨ ਜਿਹੜੀ ਆ ਉਹ ਨਹੀਂ ਲੱਗਦੀ। ਆਪਾਂ ਪੜ੍ਹਿਆ ਸੀ +1 'ਚ। ਫਿਰ ਡੈਪਰੀਸੀਏਸ਼ਨ ਨੂੰ ਕੈਲਕੂਲੇਟ ਕਰਨ ਵਾਸਤੇ ਆਪਾਂ ਜਾਂ ਤਾਂ ਅਕਾਊਂਟ ਦੀ ਫੋਰਮ ਦੇ ਵਿੱਚ ਆਪਾਂ ਐਸੈਟਸ ਅਕਾਊਂਟ ਬਣਾ ਸਕਦੇ ਹਾਂ, ਉਹਦੇ ਥਰੂ ਡੈਪਰੀਸੀਏਸ਼ਨ ਕੈਲਕੂਲੇਟ ਕਰ ਸਕਦੇ ਹਾਂ, ਜਾਂ ਆਪਾਂ ਅਕਾਊਂਟ ਜੇਕਰ ਨਹੀਂ ਬਣਾਉਣਾ ਤਾਂ ਆਪਾਂ ਜਿਹੜਾ ਫਾਰਮੂਲਾ ਵਾ ਉਹਦੇ ਬੇਸ ਦੇ ਉੱਤੇ ਡੈਪਰੀਸੀਏਸ਼ਨ ਜਿਹੜੀ ਆ ਉਹ ਕੈਲਕੂਲੇਟ ਕਰ ਸਕਦੇ। ਮੈਂ ਦੋਵੇਂ ਤਰੀਕੇ ਨਾਲ ਤੁਹਾਨੂੰ ਕਰਕੇ ਵਿਖਾ ਦਾਂਗਾ। ਐਸੈਟਸ ਜਿਹੜੀਆਂ ਨੇ ਉਹਨਾਂ ਦਾ ਜਿਹੜਾ ਵਾ ਉਹ ਡੈਬਿਟ ਬੈਲੈਂਸ ਹੁੰਦਾ ਵਾ, ਅਤੇ ਜਿਹੜੀ ਵੀ ਚੀਜ਼ ਦਾ ਡੈਬਿਟ ਬੈਲੈਂਸ ਸਾਨੂੰ ਆਪਾਂ ਐਸੈਟਸ ਜਿਹੜੀ ਆ ਉਹ ਕਹਿੰਦੇ ਹਾਂ। ਹੁਣ ਜਿਹੜੀ ਚੀਜ਼ ਡੈਬਿਟ ਬੈਲੈਂਸ ਵਾਲੀ ਆ ਉਹਦਾ ਬੈਲੈਂਸ ਫਿਰ ਕਿਹੜੀ ਸਾਈਡ 'ਤੇ ਸ਼ੁਰੂ ਹੁੰਦਾ ਵਾ? ਡੈਬਿਟ ਸਾਈਡ ਤੋਂ। ਟੂ ਬੈਲੈਂਸ ਬਰੋਡ ਦਾ। ਇਹ ਕਦਮ ਕਿਹੜੀ ਸਾਈਡ 'ਤੇ ਹੁੰਦਾ ਵਾ? ਬਾਏ ਬੈਲੈਂਸ ਕੈਰੀਡ। ਇਹ ਤੁਸੀਂ ਆਲਰੇਡੀ +1 ਦੇ ਵਿੱਚ ਵੀ ਪੜ੍ਹਿਆ ਵਾ। ਹੁਣ ਜੇਕਰ ਕੋਈ ਆਪਾਂ ਚੀਜ਼ ਜਿਹੜੀ ਆ ਉਹਨੂੰ ਸੇਲ ਕੀਤੀ ਆ, ਜੇਕਰ ਕੋਈ ਆਪਾਂ ਚੀਜ਼ ਸੇਲ ਕੀਤੀ ਆ ਅਤੇ ਆਪਾਂ ਬਾਏ ਬੈਂਕ ਕਰ ਦਿੰਦੇ। ਜੇਕਰ ਕੋਈ ਚੀਜ਼ ਆਪਾਂ ਪਰਚੇਜ਼ ਕੀਤੀ ਹੈ ਤਾਂ ਆਪਾਂ ਟੂ ਬੈਂਕ ਜਾਂ ਕੈਸ਼ ਅਕਾਊਂਟ ਜਿਹੜਾ ਵਾ ਉਹ ਕਰ ਦਿੰਦੇ। ਇਹਨੂੰ ਆਪਾਂ ਕਹਿੰਦੇ ਆ ਪਰਚੇਜ਼, ਇਹਨੂੰ ਆਪਾਂ ਕਹਿੰਦੇ ਆ ਸੇਲ। ਜੇਕਰ ਕੋਈ ਵੀ ਚੀਜ਼ ਆਪਾਂ ਲੋਸ ਦੇ ਵਿੱਚ ਹੀ ਆ ਅਤੇ ਇੱਥੇ ਬਾਏ ਪ੍ਰੋਫਿਟ ਐਂਡ ਲੋਸ ਅਕਾਊਂਟ, ਇੱਥੇ ਲੋਸ ਆ ਜਾਏਗਾ। ਜੇਕਰ ਕੋਈ ਵੀ ਚੀਜ਼ ਆਪਾਂ ਪ੍ਰੋਫਿਟ ਦੇ ਵਿੱਚ ਹੀ ਆ, ਟੂ ਪ੍ਰੋਫਿਟ ਐਂਡ ਲੋਸ ਅਕਾਊਂਟ, ਇੱਥੇ ਪ੍ਰੋਫਿਟ ਆ ਜਾਏਗਾ। ਫਿਰ ਜੋ ਵੀ ਤੁਹਾਡੇ ਕੋਲ ਚੀਜ਼ ਬਾਕੀ ਬਚਦੀ ਆ, ਉਹ ਚੀਜ਼ ਬਚਦੀ ਤੁਹਾਡੇ ਕੋਲ ਡੈਪਰੀਸੀਏਸ਼ਨ। ਮਤਲਬ ਕਹਿਣ ਦਾ ਵੀ ਜੋ ਵੀ ਚੀਜ਼ ਤੁਸੀਂ ਖਰੀਦਦੇ ਹੋ, ਜਾਂ ਤੁਸੀਂ ਕੋਈ ਨਵੀਂ ਚੀਜ਼ ਖਰੀਦੀ ਜਾਂ ਕੋਈ ਪੁਰਾਣੀ ਚੀਜ਼ ਪਈ ਆ, ਉਹਦੇ ਵਿੱਚੋਂ ਕਿੰਨੀ ਚੀਜ਼ ਤੁਸੀਂ ਵੇਚ ਦਿੰਦੇ ਹੋ, ਕਿੰਨਾ ਤੁਹਾਨੂੰ ਨੁਕਸਾਨ ਆ, ਉਹਨੂੰ ਮਾਈਨਸ ਕਰ ਦਿੰਦੇ। ਫਿਰ ਵੀ ਤੁਹਾਡੇ ਕੋਲ ਜੇਕਰ ਕੋਈ ਬੈਲੈਂਸ ਐਂਡ ਦੇ ਉੱਤੇ ਬਚਦਾ ਪਿਆ, ਅਤੇ ਜਿਹੜਾ ਬੈਲੈਂਸ ਤੁਸੀਂ ਪਲੱਸ ਕਰਨ ਤੋਂ ਬਾਅਦ ਅਤੇ ਐਂਡ ਵਾਲੇ ਜਿਹੜਾ ਕਲੋਜ਼ਿੰਗ ਬੈਲੈਂਸ ਬਚਦਾ ਉਹ 'ਚ ਕੋਈ ਡਿਫਰੈਂਸ ਹੈਗਾ ਵਾ, ਤਾਂ ਡਿਫਰੈਂਸ ਹਮੇਸ਼ਾ ਕੀ ਹੋਏਗਾ? ਤੁਹਾਡਾ ਡੈਪਰੀਸੀਏਸ਼ਨ ਹੋਏਗਾ। ਜਿਸ ਤਰ੍ਹਾਂ ਮੈਂ ਫਾਰਮੂਲੇ ਦੇ ਨਾਲ ਕਰਕੇ ਵੇਖਦਾ, ਜਿਸ ਤਰ੍ਹਾਂ ਮੰਨ ਲਓ ਕਿ ਕੋਈ ਵੈਲਿਊ ਆਫ ਫਿਕਸ ਐਸੈਟ ਜਿਹੜੀ ਆ ਉਹ ਓਪਨਿੰਗ ਦੇ ਵਿੱਚ ਕੁਝ ਹੈਗੀ ਸੀ ਤੁਹਾਡੇ ਕੋਲ, ਉਹਦੇ ਵਿੱਚ ਤੁਸੀਂ ਜੋ ਵੀ ਪਰਚੇਜ਼ ਕੀਤੀ ਡਿਊਰਿੰਗ ਦਾ ਈਅਰ, ਉਹਨੂੰ ਤੁਸੀਂ ਕੀ ਕਰ ਲੈਂਦੇ ਹੋ? ਐਡ ਕਰ ਲੈਂਦੇ ਹੋ। ਠੀਕ ਹੋ ਗਿਆ। ਉਹਦੇ ਵਿੱਚੋਂ ਜੇਕਰ ਤੁਸੀਂ ਸਾਲ ਦੇ ਦੌਰਾਨ ਸੇਲ ਆਫ ਐਸੈਟ ਜਿਹੜੀ ਆ ਉਹਨੂੰ ਤੁਸੀਂ ਵੇਚ ਦਿੰਦੇ ਹੋ, ਉਹਨੂੰ ਵਿੱਚੋਂ ਤੁਸੀਂ ਕਰ ਦਿੰਦੇ ਹੋ ਮਾਈਨਸ। ਇਸ ਨੂੰ ਮਾਈਨਸ ਕਰਨ ਤੋਂ ਬਾਅਦ ਜੋ ਵੀ ਤੁਹਾਡੇ ਕੋਲ ਬਚਦਾ ਵਾ ਬੈਲੈਂਸ, ਉਹ ਅਤੇ ਜਿਹੜੀ ਤੁਹਾਡੇ ਕੋਲ ਮੰਨ ਲਓ ਫਰਨੀਚਰ ਜਾਂ ਕੋਈ ਵੀ ਫਿਕਸ ਐਸੈਟ ਆ ਜਾਂ ਵੈਲਿਊ ਆਫ ਐਸੈਟ ਆ, ਉਹਦਾ ਕਲੋਜ਼ਿੰਗ ਬੈਲੈਂਸ ਤੁਹਾਡੇ ਕੋਲ ਦਿੱਤਾ ਵਾ। ਜੇਕਰ ਇਹਨਾਂ ਦੋਵਾਂ ਬੈਲੈਂਸਿਸ ਦੇ ਵਿੱਚ, ਆਹ ਵਾਲੇ ਦੋਵੇਂ ਬੈਲੈਂਸਿਸ ਦੇ ਵਿੱਚ ਕੋਈ ਵੀ ਡਿਫਰੈਂਸ ਹੈਗਾ ਵਾ, ਉਹ ਡਿਫਰੈਂਸ ਜਿਹੜਾ ਤੁਹਾਡਾ ਕੀ ਹੋਏਗਾ? ਫਿਰ ਡੈਪਰੀਸੀਏਸ਼ਨ। ਮੰਨ ਲਓ ਤੁਹਾਡੇ ਕੋਲ 10,000 ਰੁਪਏ ਦੀ ਓਪਨਿੰਗ ਐਸੈਟਸ ਹੈਗੀ ਸੀ, ਤੁਸੀਂ 30,000 ਰੁਪਏ ਦੀ ਨਵੀਂ ਖਰੀਦ ਲਈ, ਤੁਹਾਡੇ ਕੋਲ ਟੋਟਲ ਬਣ ਗਿਆ 40,000।
ਤੁਸੀਂ 10,000 ਦੇ ਵਿੱਚੋਂ ਜਿਹੜੀ ਆ ਉਹ ਵੇਚਤੀ, ਬਾਕੀ ਕਿੰਨਾ ਰਹਿ ਗਿਆ 30,000। ਮਗਰ ਜਦੋਂ ਤੁਸੀਂ ਸਾਲ ਦੇ ਐਂਡ ਦੇ ਉੱਤੇ ਵੇਚਦੇ ਪਏ ਹੋ, ਤੁਹਾਡੇ ਕੋਲ ਜਿਹੜੀ ਐਸਟ ਦੀ ਅਮਾਊਂਟ ਬਚਦੀ ਪਈ ਆ, ਮੰਨ ਲਓ ਤੁਸੀਂ ਕੋਈ ਵੀ ਤੁਹਾਡੇ ਕੋਲ ਅਮਾਊਂਟ ਬਚਦੀ ਪਈ ਆ, ਉਹ ਅਮਾਊਂਟ ਤੁਹਾਡੇ ਕੋਲ ਬਚਦੀ ਪਈ ਆ, ਮੰਨ ਲਓ ਤੁਸੀਂ 25,000। ਹੁਣ 30,000 ਰੁਪਈਆ ਤੁਹਾਡੇ ਕੋਲ ਸੇਲ ਕਰਨ ਤੋਂ ਬਾਅਦ ਜਾਂ ਪਰਚੇਸ ਕਰਨ ਤੋਂ ਬਾਅਦ ਆਏ ਹੀ, ਅਤੇ ਕਲੋਜਿੰਗ ਤੁਹਾਡੇ ਕੋਲ ਬਚਦੀ ਪਈ ਆ 25,000। ਇਹਦਾ ਮਤਲਬ ਜਿਹੜਾ 5,000 ਰੁਪਈਆ ਘੱਟਦਾ ਪਿਆ ਵਾ, ਉਹ ਸਾਲ ਦੇ ਦੌਰਾਨ ਉਹ ਕਾਹਦਾ ਘੱਟਦਾ ਹੋਏਗਾ, ਤੁਹਾਡੇ ਕੋਲ ਡੈਪਰੀਸੀਏਸ਼ਨ ਦਾ ਜਿਹੜਾ ਉਹ ਘੱਟਦਾ ਹੋਏਗਾ। ਇਹਨੂੰ ਤੁਸੀਂ ਸਮਝ ਲਓ। ਜੇਕਰ ਮੈਂ ਇਹਨੂੰ ਅਕਾਊਂਟ ਦੀ ਫੋਰਮ 'ਚ ਕਰਕੇ ਦੱਸਾਂ, ਤਾਂ ਮੈਂ ਮੰਨ ਲਓ ਓਪਨਿੰਗ ਬੈਲੈਂਸ ਜੇਕਰ 10,000 ਲਿਆ, ਤਾਂ ਮੈਂ ਓਪਨਿੰਗ ਬੈਲੈਂਸ 10,000 ਪਾ ਦਾਂਗਾ। ਸਾਲ ਦੇ ਦੌਰਾਨ ਜੇ ਪਰਚੇਸ 30,000 ਦੀ ਕੀਤੀ, 30,000 ਦੀ ਪਰਚੇਸ ਪਾ ਦਾਂਗਾ। ਜੇ ਸਾਲ ਦੇ ਦੌਰਾਨ 10,000 ਦੀ ਸੇਲ ਕੀਤੀ, 10,000 ਦੀ ਸੇਲ ਪਾ ਦਾਂਗਾ। ਜੇਕਰ ਸਾਲ ਦੇ ਐਂਡ 'ਚ ਮੇਰੇ ਕੋਲ 25,000 ਰੁਪਏ ਬੈਲੈਂਸ ਬਚਦਾ ਪਿਆ ਵਾ, ਅਤੇ ਫਿਰ ਇਹਨਾਂ ਦੋਵਾਂ ਨੂੰ ਪਲੱਸ ਕੀਤਾ, ਬੈਂਕ ਦੇ ਅਮਾਊਂਟ ਜਿਹੜੀ ਨੂੰ ਮਾਈਨਸ ਕੀਤੀ। ਜੇਕਰ ਤੁਹਾਡੇ ਕੋਲ ਕਲੋਜਿੰਗ ਬੈਲੈਂਸ ਜੋ ਵੀ ਬਚਦਾ ਪਿਆ, ਤਾਂ ਉਹਨੂੰ ਡੈਪਰੀਸੀਏਸ਼ਨ ਜਿਹੜੀ ਆਪਾਂ ਮੰਨ ਕੇ ਉਹ ਚੱਲਦੇ ਹਾਂ। ਠੀਕ ਹੋ ਗਿਆ। ਅਤੇ ਇੱਕ ਤਾਂ ਆਹ ਚੀਜ਼ ਜਿਹੜੀ ਆ ਆਪਾਂ ਕੈਲਕੂਲੇਟ ਕਰਨੀ ਸਿੱਖਣੀ ਆ। ਜੇ ਮੈਂ ਕੋਈ ਇੱਕ ਐਗਜ਼ਾਮਪਲ ਜਿਹੜੀ ਆ ਤੁਹਾਨੂੰ ਲੈ ਕੇ ਦੱਸ ਦਿੰਦਾ ਵਾਂ। ਮੰਨ ਲਓ ਕਿ ਤੁਹਾਡੇ ਕੋਲ ਜਿਹੜੀ ਉਹ ਵੈਲਿਊ ਆਫ ਐਸਟਸ ਆ, ਓਪਨਿੰਗ 1/4/2019 ਨੂੰ ਅਤੇ 31/3/2020 ਓਪਨਿੰਗ ਦੇ ਵਿੱਚ ਤੁਹਾਡੇ ਕੋਲ 1.5 ਲੱਖ ਰੁਪਏ ਦੀ ਐਸਟ ਆ, ਕਲੋਜਿੰਗ ਦੇ ਵਿੱਚ ਤੁਹਾਡੇ ਕੋਲ 1,35,000 ਦੀ ਐਸਟ ਆ। ਉਹਨੇ ਕਹਿ ਦਿੱਤਾ ਕਿ ਡਿਊਰਿੰਗ ਦਾ ਈਅਰ ਆਪਾਂ ਪਰਚੇਜ਼ ਕੀਤਾ ਵਾ 25,000 ਦਾ ਐਸਟ, ਅਤੇ ਸੇਲ ਕੀਤਾ ਵਾ 15,000। ਹੁਣ ਆਪਾਂ ਸਵਾਲ ਬਿਲਕੁਲ ਸਿੰਪਲ ਹੋ ਗਿਆ। ਆਪਾਂ ਐਸਟਸ ਕਾਊਂਟ ਬਣਾਉਂਦੇ ਹਾਂ। ਓਪਨਿੰਗ ਬੈਲੈਂਸ ਆ ਗਿਆ ਟੂ ਬੈਲੈਂਸ ਬਰੋਡ ਡਾਊਨ ਕਿੰਨਾ ਵਾ 1.5 ਲੱਖ। ਕਲੋਜਿੰਗ ਬੈਲੈਂਸ ਕਿੰਨਾ ਵਾ ਬਾਏ ਬੈਲੈਂਸ ਕੈਰੀ ਡਾਊਨ 1,35,000। ਠੀਕ ਹੋ ਗਿਆ। ਫਿਰ ਉਸ ਤੋਂ ਬਾਅਦ ਤੁਹਾਡੇ ਕੋਲ ਜਿਹੜੀ ਪਰਚੇਸ ਕੀਤੀ ਆ ਟੂ ਬੈਂਕ, ਉਹ ਕਿੰਨੀ ਕੀਤੀ ਆ 25,000। ਜਿਹੜੀ ਸੇਲ ਕੀਤੀ ਆ ਬਾਏ ਬੈਂਕ, ਉਹ ਕਿੰਨੀ ਕੀਤੀ ਆ 15,000। ਆਪਾਂ ਟੋਟਲ ਲਾ ਕੇ ਵੇਖ ਲਈਏ 1.5 ਲੱਖ ਅਤੇ 25,000 ਕਿੰਨਾ ਬਣ ਗਿਆ 1,75,000। 1,75,000 ਦੇ ਵਿੱਚੋਂ ਦੀ 15,000 ਦੀ ਸੇਲ ਕਰਤੀ, ਬਾਕੀ ਬਚਦਾ ਵਾ 1,60,000। ਮਤਲਬ ਤੁਹਾਡੇ ਕੋਲ ਜਿਹੜਾ ਕਲੋਜਿੰਗ ਬੈਲੈਂਸ ਬਚਦਾ ਪਿਆ ਵਾ, ਉਹ ਤੁਹਾਡੇ ਕੋਲ ਕਿੰਨਾ ਬਚਦਾ ਪਿਆ ਵਾ ਵੇਖੋ ਤੁਸੀਂ 1,35,000। ਇਹਦਾ ਮਤਲਬ ਬਾਕੀ ਜੋ ਵੀ ਡਿਫਰੈਂਸ ਹੋਏਗਾ ਉਹ ਕੀ ਨਿਕਲ ਕੇ ਆਏਗਾ ਬਾਏ ਡੈਪਰੀਸੀਏਸ਼ਨ ਅਕਾਊਂਟ। ਇਹਨੂੰ ਆਪਾਂ ਕਹਿ ਦਾਂਗੇ ਬੈਲੈਂਸਿੰਗ ਫਿਗਰ। ਲੱਗਦਾ ਪਤਾ ਜੀ ਕਿੰਨਾ ਬਚਦਾ ਵਾ। ਠੀਕ ਹੋ ਗਿਆ। ਆਹ ਤੁਹਾਡੇ ਕੋਲ ਜਿਹੜੀ ਬੈਲੈਂਸਿੰਗ ਫਿਗਰ ਜਿਹੜੀ ਆ ਉਹ ਨਿਕਲ ਕੇ ਆ ਜਾਏਗੀ। ਇਹਦਾ ਮਤਲਬ ਪੁੱਤ ਇਹ ਹੈਗਾ ਤੁਹਾਡਾ ਕੈਲਕੂਲੇਸ਼ਨ ਆਫ ਡੈਪਰੀਸੀਏਸ਼ਨ। ਬੜਾ ਈਜ਼ੀ ਆ, ਕੋਈ ਜ਼ਿਆਦਾ ਡਿਫੀਕਲਟ ਨਹੀਂ ਆ। ਤੁਸੀਂ ਉਹਨੂੰ ਕਰਕੇ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ। ਮੈਂ ਤੁਹਾਨੂੰ ਇੱਕ ਅੱਧੀ ਐਗਜ਼ਾਮਪਲ ਹੋਰ ਜਿਹੜੀ ਆ ਉਹ ਲੈ ਕੇ ਦੱਸ ਦਿੰਦਾ ਹਾਂ ਕਿ ਹੋਰ ਕਿਸ ਤਰ੍ਹਾਂ ਦੇ ਸਮ ਆ ਸਕਦੇ ਆ। ਮੰਨ ਲਓ ਕਿ ਤੁਹਾਡੇ ਕੋਲ ਇੱਕ ਐਗਜ਼ਾਮਪਲ ਹੈਗੀ ਆ ਕਿ ਆਪਾਂ ਕੋਲ ਫਰਨੀਚਰ ਦਿੱਤਾ ਵਾ 1 ਅਪ੍ਰੈਲ 2019 ਨੂੰ 2,20,000। ਠੀਕ ਹੋ ਗਿਆ। 1 ਅਪ੍ਰੈਲ 2019 ਨੂੰ। ਹੁਣ ਤਰੀਕ ਦਾ ਧਿਆਨ ਰੱਖਣਾ। ਜਿਹੜਾ ਫਰਨੀਚਰ 1 ਅਪ੍ਰੈਲ 2019 ਨੂੰ ਹੈਗਾ ਸੀ, ਉਹਦੇ ਵਿੱਚੋਂ ਆਪਾਂ ਪਾਰਟ ਆਫ ਫਰਨੀਚਰ ਅਮਾਊਂਟ 20,000 ਵਾਲੀ ਜਿਹੜੀ ਆ ਉਹ ਸੇਲ ਕਰਤੀ ਆ 20% ਪ੍ਰੋਫਿਟ 'ਤੇ 31 ਦਸੰਬਰ 2019। ਉਸ ਤੋਂ ਬਾਅਦ ਇੱਕ ਫਰਨੀਚਰ ਹੋਰ ਖਰੀਦਿਆ ਆਪਾਂ 1 ਅਕਤੂਬਰ 2019 ਨੂੰ, ਕਿੰਨੇ ਦਾ 1 ਲੱਖ ਰੁਪਈਏ ਦਾ। ਕਹਿੰਦਾ ਪਿਆ ਡੈਪਰੀਸੀਏਸ਼ਨ ਰੇਟ ਜਿਹੜਾ ਵਾ ਉਹ ਹੈਗਾ 10% ਔਨ ਫਰਨੀਚਰ। ਅਤੇ ਕੈਲਕੂਲੇਟ ਕਰੋ। ਹੁਣ ਪੁੱਤ ਸਵਾਲ ਸਿੱਧਾ ਜਿਹਾ ਹੀ ਹੈਗਾ ਵਾ, ਦੇਖੋ ਤੁਸੀਂ ਬੜੇ ਧਿਆਨ ਦੇ ਨਾਲ ਕਿ ਸਾਡੇ ਕੋਲ ਕੋਈ ਫਰਨੀਚਰ ਹੈਗਾ ਵਾ ਜਿਹੜਾ ਕਿ 1 ਅਪ੍ਰੈਲ 2019 ਨੂੰ ਓਪਨਿੰਗ ਬੈਲੈਂਸ ਹੈਗਾ ਸੀ 2,20,000।
ਉਹਦੇ ਵਿੱਚੋਂ 1 ਅਪ੍ਰੈਲ 2019 ਵਾਲੇ ਫਰਨੀਚਰ ਦੇ ਵਿੱਚੋਂ ਜਿਹਦੀ ਅਮਾਊਂਟ 20,000 ਬੁੱਕ ਵੈਲਿਊ ਦਾ ਮਤਲਬ ਹੈਗਾ ਜੋ ਕਿਤਾਬਾਂ 'ਚ ਸ਼ੋ ਹੈ ਬੁੱਕ ਵੈਲਿਊ। ਇਸ ਬੁੱਕ ਵੈਲਿਊ ਦੇ ਵਿੱਚੋਂ 20,000 ਵਾਲੀ ਐਸਟ ਜਿਹਦਾ ਮੁੱਲ 1 ਅਪ੍ਰੈਲ 2019 ਨੂੰ 20,000 ਸੀ, ਉਹਨੂੰ ਆਪਾਂ ਸੇਲ ਕੀਤਾ ਵਾ 31 ਦਸੰਬਰ 2019 ਨੂੰ 20% ਪ੍ਰੋਫਿਟ 'ਤੇ। ਇਹਦਾ ਮਤਲਬ ਜਦੋਂ ਉਹਦਾ ਮੁੱਲ 1 ਅਪ੍ਰੈਲ 2019 ਨੂੰ 20,000 ਸੀ, ਮਗਰ 31 ਦਸੰਬਰ ਜਦੋਂ ਉਹਨੂੰ ਸੇਲ ਕੀਤਾ ਉਹਦਾ ਮੁੱਲ 20,000 ਨਹੀਂ ਹੋਏਗਾ, ਉਹਦਾ ਮੁੱਲ ਘੱਟ ਗਿਆ ਕਿਉਂਕਿ ਉਨੀ ਦੇਰ ਤੱਕ ਦੀ ਉਹਦੀ ਡੈਪਰੀਸੀਏਸ਼ਨ ਜਿਹੜੀ ਆ ਉਹ ਲੱਗੀ। ਫਿਰ 1 ਅਕਤੂਬਰ ਨੂੰ ਇੱਕ ਨਵੀਂ ਵੀ ਖਰੀਦੀ 1 ਲੱਖ ਦੀ, ਅਤੇ ਡੈਪਰੀਸੀਏਸ਼ਨ ਰੇਟ ਕੈਲਕੂਲੇਟ ਕਰੋ। ਇਹਦੇ ਵਾਸਤੇ ਪਤਾ ਆਪਾਂ ਕੀ ਕਰਦੇ ਹਾਂ, ਫਰਨੀਚਰ ਦਾ ਅਕਾਊਂਟ ਬਣਾਉਂਦੇ ਹਾਂ, ठीक है। वो ओपनिंग बैलेंस टू बैलेंस ब्रॉट डाउन किन्ने दी ओपनिंग बैलेंस 2,20,000 दी कदों सी 1 अप्रैल 2019 2,20,000। फिर बाय डेप्रीसीएशन अकाउंट हुण 1 अप्रैल तो बाद आपां वेची कदों आ चीज़ 1 अप्रैल वाली चीज़ आपां वेची 31 दसंबर 2019 नूं। इहदा मतलब 31/12/19 जो आप 31/12/19 में चीज़ बेचांगे 20,000 वाली, तो मुल जोड़ा वा उस टाइम तो 20,000 नहीं गा, वो मुल जोड़ा वो घट गया है। कितना मुल हो गया है उन्होंने आप कैलकुलेट करते हैं किस तरह। मान लो तुहाडे कोल 20,000 रुपये की चीज़ हैगी सी 1 अप्रैल नूं, जो 31 दसंबर नूं वेचण लगे तो 9 महीने वो उत्ते जिहड़े लंघ चुके सी। किन्ने परसेंट डेप्रीसीएशन सी उहदे उत्ते 10%। तो आप कैलकुलेट करते हैं कितना बनता वा, तुहाडे कोल निकल के आ जाता वा ये 1500 रुपया। 1500 रुपया जो डेप्रीसीएशन वो उत्ते जिहड़ी आ वो लग चुकी। फिर जो तुसीं 1 अप्रैल वाली चीज़ उत्ते 31 दसंबर नूं 1500 डेप्रीसीएशन ला ली, तो फिर 31 दसंबर नूं हुण आपां की करना उन्होंने सेल, तो आपां करदे बाय बैंक अकाउंट 31 दसंबर। किन्ने रुपये की चीज़ सी ओपनिंग 20,000 की, जिहदे विच साल के दौरान उत्ते कितनी डेप्रीसीएशन लग गई आ 1500 की। बाकी चीज़ कितनी रह गई 18,500 की। ये 18,500 वाली चीज़ आप 20% प्रॉफिट से बेचा वा, 20% प्रॉफिट के उत्ते बेचांगे आप, तो कैलकुलेट करके वेखो तुसीं कितना बनता वा। 18,500 नूं आप 20% कर लीए, 18 दूनी 36 तो 5 दूनी 10 3700। तो जे आप टोटल करते हैं तो ये बनता तुहाडा 22,200। ठीक है, ये तुहाडे कोल चीज़ जिहड़ी आ वो सेल हो गई। हुण इस दे विच्चों आपां 31/12 नूं एक 20,000 की चीज़ जिसका मुल 1 अप्रैल नूं 20,000 सी, 31/12 नूं वेचिया तो उसका मुल 1500 रुपया, उन्हां च घट गया तो मुल रह गया 18,500। 18,500 वाली चीज़ जिहड़ी आपां 20% प्रॉफिट ते बेची, इसदा मतलब वो मुल हुण किन्ना 18,500 का मुल सी, मगर वेची किन्ने दी है 22,200 की। फिर उस तो बाद साल के दौरान 1 अक्तूबर नूं आपां एक फर्नीचर जिहड़ा वा उहनूं परचेज भी किया, टू बैंक अकाउंट परचेज किया आपां किन्ने दा 1 लाख रुपये। ओपनिंग इन्ना सी 1 लाख रुपये का खरीदिया, 31/12 नूं आपां चीज़ सेल करती, किन्ने दी कीती 18,500 वाली 20% प्रॉफिट 22,200। हुण 22,200 की चीज़ विकी आ तो किन्ने दी हैगी सी एक्चुअल चीज़ 18,500 की, तो जिहड़ा प्रॉफिट आ उहनूं आपां ट्रांसफर कर देंगे टू इनकम एंड एक्सपेंडिचर अकाउंट 1 दसंबर कदों बेचे आप 31 दसंबर नूं 31 दसंबर कितना आ गया 3700 रुपये। ठीक हो गया। हुण पता जिहड़ी आपां डेप्रीसीएशन कैलकुलेट करनी है ये तो हैगा सी दसंबर तक का। हुण साल साडा जिहड़ा वा 1/4 तो 31/3/20 तक का। ਇਹਦਾ मतलब बाकी डेप्रीसीएशन तो जो पई है फिर 31 मार्च नूं आपां डेप्रीसीएशन बाकी भी कैलकुलेट करनी। एक तो आ मशीन जी 1 लाख की खरीदी आपां, ये उत्ते 10% डेप्रीसीएशन लगनी। खरीदी कदों आपां अक्तूबर तो 6 महीने बन गए, ये उत्ते डेप्रीसीएशन लगनी 6 महीनों की। एक डेप्रीसीएशन जी 2 लाख के 20,000 की वेचती, तो बाकी किन्ने दी रह गई 2 लाख की। उस 2 लाख के उत्ते फिर पूरे साल की लगेगी, क्योंकि 2 लाख रुपये के 20,000 की बेची, 2 लाख में तो छेड़िया नहीं, मतलब 2 लाख तो पूरे साल की लगेगी। वो लगेगी तुहाडी 10% पूरी। तो वो तुहाडे कोल कितना बनता वा, एक का बनता वा 10% हिसाब नाल 2 लाख का 20,000 रुपया, एक का बनता वा
5000 रुपया। तो टोटल डेप्रीसीएशन जी ताड़ी लग गई वो लग गई 25000 रुपये। 1500 जी बेची उत्ते लगी